ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 342। ਭੱਬਾ ਭੇਦੈ ਭੇਦ ਮਿਲਾਵਾ। ਜੋ ਮਨੁੱਖ ਪ੍ਰਭੂ ਨਾਲ ਪਈ ਵਿੱਥ ਨੂੰ ਮੁਕਾ ਕੇ ਆਪਣੇ ਮਨ ਨੂੰ ਪ੍ਰਭੂ ਦੀ ਯਾਦ ਵਿੱਚ ਜੋੜਦਾ ਹੈ, ਆਬ ਭਉ ਭਾਨ ਪੁਰਸੁ ਆਵਾ। ਉਹ ਯਾਦ ਦੀ ਬਰਕਤ ਨਾਲ ਸੰਸਾਰਿਕ ਡਰ ਦੂਰ ਕੀਤਿਆਂ ਉਸ ਨੂੰ ਪ੍ਰਭੂ ਤੇ ਸਰਦਾ ਬਣ ਜਾਂਦੀ ਹੈ। ਜੋ ਬਾਹਰ ਸੋ ਭੀਤਰ ਜਾਣਿਆ। ਜੋ ਪਰਮਾਤਮਾ ਸਾਰੇ ਜਗਤ ਵਿੱਚ ਵਿਆਪਕ ਹੈ, ਉਸ ਨੂੰ ਉਹ ਆਪਣੇ ਅੰਦਰ ਵਸਦਾ ਜਾਣ ਲੈਂਦਾ ਹੈ। ਭਿਆ ਭੇਦ ਭੂਪਤ ਪਹਿਚਾਨਿਆ। ਤੇ ਜਿਉਂ-ਜਿਉਂ ਇਹ ਰਾਜ ਉਸ ਨੂੰ ਖੁੱਲ੍ਹਦਾ ਹੈ ਕਿ ਅੰਦਰ ਬਾਹਰ ਹਰ ਥਾਂ ਪ੍ਰਭੂ ਵਸ ਰਿਹਾ ਹੈ, ਉਹ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨਾਲ ਯਾਦ ਦੀ ਸਾਂਝ ਪਾ ਲੈਂਦਾ ਹੈ। ਮਮਾ ਮੂਲ ਗੇਹਾ ਮਨ ਮਾਨੈ। ਜੇ ਜਗਤ ਦੇ ਮੂਲ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਲਈਏ ਤਾਂ ਮਨ ਭਟਕਣੋਂ ਹਟ ਜਾਂਦਾ ਹੈ। ਮਰਮੀ ਹੋਏ ਸੋ ਮਨ ਕੋ ਜਾਣੈ। ਜੋ ਜੀਵ ਇਹ ਭੇਦ ਪਾ ਲੈਂਦਾ ਹੈ ਕਿ ਪ੍ਰਭੂ ਚਰਨਾਂ ਵਿੱਚ ਜੁੜਿਆ ਮਨ ਟਿਕ ਜਾਂਦਾ ਹੈ, ਉਹ ਜੀਵ ਮਨ ਦੀ ਦੌੜ ਭੱਜ ਨੂੰ ਸਮਝ ਲੈਂਦਾ ਹੈ। ਮਤ ਕੋਈ ਮਨ ਮਿਲਤਾ ਬਿਲਮਾਵੈ। ਸੋ ਜੇ ਮਨ ਪ੍ਰਭੂ ਚਰਨਾਂ ਵਿੱਚ ਜੁੜਨ ਲੱਗੇ ਤਾਂ ਮਤਾ ਕੋਈ ਇਸ ਕੰਮ ਵਿੱਚ ਢਿੱਲ ਕਰੇ। ਮਗਨ ਪਿਆ ਤੇ ਸੋ ਸੱਚ ਪਾਵੈ। ਕਿਉਂਕਿ ਪ੍ਰਭੂ ਚਰਨਾਂ ਵਿੱਚ ਜੁੜਨ ਦੀ ਬਰਕਤ ਨਾਲ ਮਨ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ ਅਤੇ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ। ਮਮਾ ਮਨ ਸਿਉ ਕਾਜ ਹੈ ਮਨ ਸਾਧੇ ਸਿੱਧ ਹੋਏ। ਹਰੇਕ ਜੀਵ ਦਾ ਜਗਤ ਵਿੱਚ ਆਉਣ ਦਾ ਅਸਲ ਕੰਮ ਮਨ ਨਾਲ ਹੈ। ਉਹ ਕੰਮ ਇਹ ਹੈ ਕਿ ਜੀਵ ਆਪਣੇ ਮਨ ਨੂੰ ਕਾਬੂ ਕਰ ਰੱਖੇ। ਮਨ ਨੂੰ ਵਸ ਵਿੱਚ ਕੀਤਿਆਂ ਹੀ ਜੀਵ ਨੂੰ ਅਸਲ ਮਨੋਰਥ ਦੀ ਕਾਮਯਾਬੀ ਹੁੰਦੀ ਹੈ। ਮਨ ਹੀ ਮਨ ਸਿਉ ਕਹੈ ਕਬੀਰਾ। ਮਨ ਸਾ ਮਿਲਿਆ ਨਾ ਕੋਈ। ਕਬੀਰ ਆਖਦਾ ਹੈ ਕਿ ਜੀਵ ਦਾ ਅਸਲ ਕੰਮ ਨਿਰੋਲ ਮਨ ਨਾਲ ਹੀ ਹੈ। ਮਨ ਵਰਗਾ ਜੀਵ ਨੂੰ ਹੋਰ ਕੋਈ ਨਹੀਂ ਮਿਲਿਆ ਜਿਸ ਨਾਲ ਇਸ ਦਾ ਅਸਲ ਵਾਹ ਪੈਂਦਾ ਹੋਵੇ। ਇਹੋ ਮਨ ਸ਼ਕਤੀ ਇਹੋ ਮਨ ਸੀਓ। ਮਾਇਆ ਨਾਲ ਮਿਲ ਕੇ ਇਹ ਮਨ ਮਾਇਆ ਦਾ ਰੂਪ ਹੋ ਜਾਂਦਾ ਹੈ। ਆਨੰਦ ਸਰੂਪ ਹਰੀ ਨਾਲ ਮਿਲ ਕੇ ਇਹ ਮਨ ਆਨੰਦ ਸਰੂਪ ਹਰੀ ਬਣ ਜਾਂਦਾ ਹੈ। ਇਹੋ ਮਨ ਪੰਚ ਤੱਤ ਕੋ ਜੀਓ। ਸਰੀਰ ਨਾਲ ਜੁੜ ਕੇ ਇਹ ਮਨ ਸਰੀਰ ਰੂਪ ਹੋ ਜਾਂਦਾ ਹੈ। ਭਾਵ ਆਪਣੇ ਆਪ ਨੂੰ ਸਰੀਰ ਨਾਲੋਂ ਵੱਖਰਾ ਨਹੀਂ ਸਮਝਦਾ, ਆਪਣੇ ਕਰਤੱਵ ਖਾਣਾ ਪੀਣਾ ਹੀ ਸਮਝਦਾ ਹੈ। ਇਹੋ ਮਨ ਲੈ ਜਿਉ ਉਨ ਮਨ ਰਹਿ। ਪਰ ਜਦੋਂ ਮਨੁੱਖ ਇਸ ਮਨ ਨੂੰ ਵਸ ਵਿੱਚ ਕਰਕੇ ਪੂਰਨ ਖੜਾਓ ਵਿੱਚ ਟਿਕਦਾ ਹੈ, ਤਿਉਂ ਤੀਨ ਲੋਕ ਕੀ ਬਾਤੈ ਕਹਿ। ਤਦੋਂ ਉਹ ਸਾਰੇ ਜਗਤ ਵਿੱਚ ਵਿਆਪਕ ਪ੍ਰਭੂ ਦੀਆਂ ਹੀ ਗੱਲਾਂ ਕਰਦਾ ਹੈ। ਜਈਆ ਜਿਉਂ ਜਾਣੈ ਤਿਉਂ ਦੁਰਮਤ ਹਨ ਕਰ ਵਸ ਕਾਇਆ ਗਾਓ। ਹੇ ਭਾਈ, ਜੇ ਤੂੰ ਜੀਵਨ ਦਾ ਸਹੀ ਰਸਤਾ ਜਾਣਨਾ ਚਾਹੁੰਦਾ ਹੈ ਤਾਂ ਆਪਣੀ ਭੈੜੀ ਮਤ ਨੂੰ ਮੁਕਾ ਦੇ। ਇਸ ਸਰੀਰ ਰੂਪ ਪਿੰਡ ਨੂੰ ਆਪਣੇ ਵਸ ਵਿੱਚ ਲਿਆ। ਭਾਵ ਅੱਖ ਕੰਨ ਆਦਿ ਗਿਆਨ ਇੰਦਰੀਆਂ ਨੂੰ ਵਿਕਾਰਾਂ ਵੱਲ ਨਾ ਜਾਣ ਦੇ। ਰਣ ਰੁਤਿਓ ਭਾਜੇ ਨਹੀਂ ਸੁਰਤਿਓ ਥਾਰੋ ਨਾਓ। ਇਸ ਸਰੀਰ ਨੂੰ ਵਸ ਵਿੱਚ ਲਿਆਉਣਾ ਮਾਨੋ ਇੱਕ ਯੁੱਧ ਹੈ। ਜੇ ਤੂੰ ਇਸ ਯੁੱਧ ਵਿੱਚ ਰੁੱਝ ਕੇ ਭਾਜ ਨਾ ਖਾ ਜਾਏ ਤਾਂ ਹੀ ਤੇਰਾ ਨਾਮ ਸੂਰਮਾ ਹੋ ਸਕਦਾ ਹੈ। ਰਾਰਾ ਰਸ ਨੀਰਸ ਕਰ ਜਾਣਿਆ। ਜਿਸ ਮਨੁੱਖ ਨੇ ਮਾਇਆ ਦੇ ਸਵਾਦ ਨੂੰ ਫਿੱਕਾ ਜਿਹਾ ਸਮਝ ਲਿਆ ਹੈ, ਹੋਏ ਨਿਰਸ ਸੋ ਰਸ ਪਹਿਚਾਨਿਆ। ਉਸਨੇ ਮਾਇਆ ਚਸਕਿਆਂ ਤੋਂ ਬਚੇ ਰਹਿ ਕੇ ਉਹ ਆਤਮਿਕ ਆਨੰਦ ਮਾਣ ਲਿਆ ਹੈ। ਇਹ ਰਸ ਸਾਡੇ ਉਹ ਰਸ ਆਵਾ। ਜਿਸ ਨੇ ਦੁਨੀਆ ਵਾਲੇ ਚਸਕੇ ਛੱਡ ਦਿੱਤੇ ਹਨ, ਉਸ ਨੂੰ ਉਹ ਪ੍ਰਭੂ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਗਿਆ ਹੈ। ਉਹ ਰਸ ਪੀਆ ਇਹ ਰਸ ਨਹੀਂ ਭਾਵਾ।
क्योंकि जिसने वो नाम रस पीता है उसनूं ये माया वाला स्वाद चंगा नहीं लगता। ਲੱਲਾ ਐਸੇ ਲਿਵ ਮਨ ਲਾਵਾ, ਜੇ ਕਿਸੇ ਮਨੁੱਖ ਦਾ ਮਨ ਅਜਿਹਾ ਇਕਾਗਰਤਾ ਨਾਲ ਪ੍ਰਭੂ ਦੀ ਯਾਦ ਵਿੱਚ ਬਿਰਤੀ ਜੋੜ ਲਏ, ਅਨੰਤ ਨਾ ਜਾਏ ਪਰਮ ਸੱਚ ਪਾਵਾ, ਕਿ ਕਿਸੇ ਹੋਰ ਪਾਸੇ ਵੱਲ ਨਾ ਭਟਕੇ ਤਾਂ ਉਸਨੂੰ ਸਭ ਤੋਂ ਉੱਚਾ ਅਤੇ ਸਦਾ ਇੱਥੇ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ। ਆਰ ਜਿਉਂ ਤਹਾਂ ਪ੍ਰੇਮ ਲਿਵ ਲਾਵੈ, ਅਤੇ ਜੇ ਉਹ ਲਿਵ ਦੀ ਹਾਲਤ ਵਿੱਚ ਪ੍ਰੇਮ ਦੀ ਤਾਰ ਲਾ ਦੇਵੇ, ਭਾਵ ਇੱਕ ਤਾਰ ਮਗਨ ਰਹੇ, ਤਿਉਂ ਲੈ ਲਹਿ ਲਹਿ ਚਰਨ ਸਮਾਵੈ, ਤਾਂ ਅਲਖ ਪ੍ਰਭੂ ਨੂੰ ਉਹ ਲੱਭ ਲੈਂਦਾ ਹੈ ਅਤੇ ਲੱਭ ਕੇ ਸਦਾ ਲਈ ਉਸ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਹੈ। ਵੱਵਾ ਵਾਰ ਵਾਰ ਵਿਸ਼ਨ ਸਮਾਹਰ, ਇਹ ਭਾਈ ਸਦਾ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖ ਕੇ ਵਿਸ਼ਨ ਸਮਾਰ ਨਾ ਆਵੈ ਹਾਰ, ਜੀਵ ਮਨੁੱਖ ਜਨਮ ਦੀ ਬਾਜੀ ਹਾਰ ਕੇ ਨਹੀਂ ਆਉਂਦਾ। ਵੱਲ ਵੱਲ ਜੇ ਵਿਸ਼ਨ ਤਨਾ ਜਸ ਗਾਵੈ, ਮੈਂ ਉਸ ਭਗਤ ਜਨ ਤੋਂ ਸਦਕੇ ਹਾਂ ਜੋ ਪ੍ਰਭੂ ਦੇ ਗੁਣ ਗਾਉਂਦਾ ਹੈ। ਵਿਸ਼ਨ ਮਿਲੇ ਸਭ ਹੀ ਸੱਚ ਪਾਵੈ, ਪ੍ਰਭੂ ਨੂੰ ਮਿਲ ਕੇ ਉਹ ਹਰ ਥਾਂ ਸਦਾ ਇੱਥੇ ਰਹਿਣ ਵਾਲੇ ਪ੍ਰਭੂ ਨੂੰ ਹੀ ਵੇਖਦਾ ਹੈ। ਵਾਹ 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 ਹੀ ਜਾਨੀਐ ਵਾਹ ਜਾਣੇ ਇਹੋ ਹੋਏ, ਇਹ ਭਾਈ ਉਸ ਪ੍ਰਭੂ ਨਾਲ ਹੀ ਜਾਣ ਪਛਾਣ ਕਰਨੀ ਚਾਹੀਦੀ ਹੈ। ਉਸ ਪ੍ਰਭੂ ਨਾਲ ਸਾਂਝ ਪਾਇਆ ਇਹ ਜੀਵ ਉਸ ਪ੍ਰਭੂ ਦਾ ਰੂਪ ਹੀ ਹੋ ਜਾਂਦਾ ਹੈ। ਇਹ ਅਰ ਉਹ ਜਬ ਮਿਲੈ ਤਬ ਮਿਲਤ ਨ ਜਾਣੈ ਕੋਇ, ਜਦੋਂ ਇਹ ਜੀਵ ਤੇ ਉਹ ਪ੍ਰਭੂ ਇੱਕ ਰੂਪ ਹੋ ਜਾਂਦੇ ਹਨ ਤਾਂ ਇਹਨਾਂ ਮਿਲਿਆਂ ਨੂੰ ਕੋਈ ਹੋਰ ਨਹੀਂ ਸਮਝ ਸਕਦਾ, ਭਾਵ ਫਿਰ ਕੋਈ ਹੋਰ ਇਹਨਾਂ ਮਿਲਿਆਂ ਵਿੱਚ ਵਿੱਥ ਨਹੀਂ ਲੱਭ ਸਕਦਾ। ਸੱਸਾ ਸੋ ਨੀਕਾ ਕਰ ਸੋਧੋ, ਚੰਗੀ ਤਰ੍ਹਾਂ ਉਸ ਪਰਮਾਤਮਾ ਦੀ ਸੰਭਾਲ ਕਰੋ। ਘੱਟ ਪਰਚਾ ਕੀ ਬਾਤ ਨਿਰੋਧੋ, ਆਪਣੇ ਮਨ ਨੂੰ ਇਹਨਾਂ ਬਚਨਾਂ ਵਿੱਚ ਲਿਆ ਕੇ ਜੋੜੋ ਜਿਨ੍ਹਾਂ ਕਰਕੇ ਇਹ ਮਨ ਪਰਮਾਤਮਾ ਵਿੱਚ ਪਰਚ ਜਾਏ। ਘੱਟ ਪਰਚੇ ਤੋਂ ਉਪਜੈ ਭਾਉ, ਪ੍ਰਭੂ ਵਿੱਚ ਮਨ ਪਰਚਾਇਆ ਜਦੋਂ ਅੰਦਰੋਂ ਪ੍ਰੇਮ ਪੈਦਾ ਹੁੰਦਾ ਹੈ। ਪੂਰ ਰਿਹਾ ਤੈਂ ਤ੍ਰਿਭਵਨ ਰਾਓ, ਤਾਂ ਉਸ ਅਵਸਥਾ ਵਿੱਚ ਤਿੰਨੇ ਭਵਨਾਂ ਦਾ ਮਾਲਕ ਪਰਮਾਤਮਾ ਹੀ ਹਰ ਥਾਂ ਵਿਆਪਕ ਦਿਸਦਾ ਹੈ। ਖੱਖਾ ਖੋਜ ਪਰੇ ਜਿਉਂ ਕੋਈ, ਜੋ ਖੋਜੈ ਸੋ ਬਹੁਰ ਨਾ ਹੋਈ, ਜੇ ਕੋਈ ਮਨੁੱਖ ਪਰਮਾਤਮਾ ਦੀ ਭਾਲ ਵਿੱਚ ਰੁੱਝ ਜਾਏ, ਇਸ ਤਰ੍ਹਾਂ ਜੋ ਮਨੁੱਖ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਮੁੜ ਜੰਮਦਾ ਮਰਦਾ ਨਹੀਂ। ਖੋਜ ਬੂਝ ਜਿਉਂ ਕਰੇ ਵਿਚਾਰਾ, ਜੋ ਕੋਈ ਜੀਵ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਉਹਨਾਂ ਨੂੰ ਮੁੜ ਮੁੜ ਚੇਤੇ ਕਰਦਾ ਹੈ, ਤਿਉਂ ਭਵ ਜਲ ਤਰਤ ਨਾ ਲਾਵੈ ਵਾਰਾ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਦਿਆਂ ਚਿਰ ਨਹੀਂ ਲਾਂਦਾ। ਸੱਸਾ ਸੋ ਸਹਿ ਸੇਜ ਸੰਵਾਰੈ, ਉਹ ਜੀਵ ਇਸਤਰੀ ਆਪਣੇ ਹਿਰਦਾ ਰੂਪ ਖਸਮ ਪ੍ਰਭੂ ਦੀ ਸੇਜ ਸੰਵਾਰਦੀ ਹੈ। ਸੋਈ ਸਹੀ ਸੰਦੇਹ ਨਿਵਾਰੈ, ਉਹੀ ਜੀਵ ਸਖੀ ਆਪਣੇ ਮਨ ਦੇ ਸੰਸ਼ੇ ਦੂਰ ਕਰਦੀ ਹੈ। ਅਲਪ ਸੁਖ ਛਾੜ ਪਰਮ ਸੁਖ ਪਾਵਾ, ਜਿਹੜੀ ਜੀਵ ਇਸਤਰੀ ਦੁਨੀਆ ਵਾਲੇ ਹੋਛੇ ਸੁੱਖ ਛੱਡ ਕੇ ਪ੍ਰਭੂ ਦੇ ਪਿਆਰ ਦਾ ਸਭ ਤੋਂ ਉੱਚਾ ਸੁੱਖ ਹਾਸਲ ਕਰਦੀ ਹੈ, ਤਬ ਇਹ ਤ੍ਰਿਆ ਉਹ ਕੰਤ ਕਹਾਵਾ, ਇਹ ਸਵਸਥਾ 'ਤੇ ਬਣਿਆ ਹੀ ਅਸਲੀ ਭਾਵ ਵਿੱਚ ਤਦੋਂ ਇਹ ਜੀਵ ਪ੍ਰਭੂ ਦੀ ਇਸਤਰੀ ਉਹ ਪ੍ਰਭੂ ਜੀਵ ਇਸਤਰੀ ਦਾ ਖਸਮ ਅਖਵਾਉਂਦਾ ਹੈ। ਹਾ ਹਾ ਹੋਤ ਹੋਏ ਨਹੀਂ ਜਾਨਾ, ਜੀਵ ਨੇ ਮਨੁੱਖਾ ਜਨਮ ਹਾਸਲ ਕਰਕੇ ਉਸ ਪ੍ਰਭੂ ਨੂੰ ਨਹੀਂ ਪਛਾਤਾ ਜੋ ਸੱਚਮੁੱਚ ਹਸਤੀ ਵਾਲਾ ਹੈ। ਜਬ ਹੀ ਹੋਏ ਤਬੈ ਮਨ ਮਾਨਾ, ਜਦੋਂ ਜੀਵ ਨੂੰ ਪ੍ਰਭੂ ਦੀ ਹਸਤੀ ਦਾ ਨਿਸ਼ਚਾ ਹੋ ਜਾਂਦਾ ਹੈ ਤਦੋਂ ਹੀ ਇਸ ਦਾ ਮਨ ਪ੍ਰਭੂ ਵਿੱਚ ਪਤੀਤ ਜਾਂਦਾ ਹੈ। ਹੈ ਤੋ ਸਹੀ ਲਖੇ ਜੋ ਕੋਈ, ਪਰਮਾਤਮਾ ਹੈ ਤਾਂ ਜ਼ਰੂਰ, ਪਰ ਇਹ ਵਿਸ਼ਵਾਸ ਦਾ ਲਾਭ ਤਦੋਂ ਹੀ ਹੁੰਦਾ ਹੈ ਜਦੋਂ ਕੋਈ ਜੀਵ ਇਸ ਗੱਲ ਨੂੰ ਸਮਝਦਾ ਲਏ। ਤਬ ਉਹੀ ਉਹ ਇਹੋ ਨਾ ਹੋਈ, ਤਦੋਂ ਇਹ ਜੀਵ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਇਹ ਵੱਖਰੀ ਹਸਤੀ ਵਾਲਾ ਨਹੀਂ ਰਹਿ ਜਾਂਦਾ।
लऊं लऊं करत फिरे सब लोग। सारा जगत ही आखदा फिरदा है, भाव इसे लालसा विच भटकदा फिरदा है कि मैं माया साਂਭ लवां, मैं माया इकट्ठी कर लवां। ਤਾਂ ਕਾਰਨ ਵਿਆਪੇ ਬਹੁ ਸੋਗ। ਇਸ ਮਾਇਆ ਦੀ ਖਾਤਰ ਹੀ ਫਿਰ ਜੀਵ ਨੂੰ ਬੜਾ ਫਿਕਰ ਆ ਵਾਪਰਦਾ ਹੈ। ਲਖਮੀ ਵਰਸਿਓਂ ਜਿਉਂ ਲੋ ਲਾਵੈ। ਪਰ ਜਦੋਂ ਜੀ ਮਾਇਆ ਦੇ ਪਤੀ ਪਰਮਾਤਮਾ ਨਾਲ ਪ੍ਰੀਤ ਜੋੜਦਾ ਹੈ, ਸੋਗ ਮਿਟੇ ਸਭ ਹੀ ਸੁਖ ਪਾਵੈ। ਤਦੋਂ ਇਸ ਦਾ ਫਿਕਰ ਮੁੱਕ ਜਾਂਦਾ ਹੈ ਤੇ ਸਾਰੇ ਸੁੱਖ ਹਾਸਲ ਕਰ ਲੈਂਦਾ ਹੈ। ਖੱਖਾ ਖਿਰਤ ਖਪਤ ਗਏ ਕੇਤੇ। ਮਰਦਿਆਂ ਖਪਦਿਆਂ ਜੀਵ ਦੇ ਕਈ ਜਨਮ ਲੰਘ ਗਏ ਹਨ। ਖਿਰਤ ਖਪਤ ਅਜਹੂ ਨਹਿ ਚੇਤੇ। ਪਰ ਗੇੜ ਵਿੱਚ ਪਿਆ ਅਜੇ ਤੱਕ ਇਹ ਪ੍ਰਭੂ ਨੂੰ ਯਾਦ ਨਹੀਂ ਕਰਦਾ। ਅਬ ਜਗ ਜਾਨ ਤੋਂ ਮਨਾ ਰਹਿ। ਹੁਣ ਐਸਾ ਜਨਮ ਵਿੱਚ ਹੀ ਜੇ ਜਗਤ ਦੀ ਅਸਲੀਅਤ ਨੂੰ ਸਮਝ ਕੇ ਇਸ ਦਾ ਮਨ ਪ੍ਰਭੂ ਵਿੱਚ ਟਿਕ ਜਾਏ। ਜਹ ਕਾ ਵਿਛਰਾ ਤਹ ਥਿਰ ਲਹੈ। ਤਾਂ ਇਸ ਪ੍ਰਭੂ ਤੋਂ ਇਹ ਵਿਛੜਿਆ ਹੋਇਆ ਹੈ, ਉਸ ਵਿੱਚ ਹੀ ਇਸ ਨੂੰ ਟਿਕਾਣਾ ਮਿਲ ਸਕਦਾ ਹੈ। ਅਬ ਜਗ ਜਾਨ ਜਿਉ ਮਨਾ ਰਹਿ। ਜਹ ਕਾ ਵਿਛਰਾ ਤਹ ਥਿਰ ਲਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।